स्वागत है दोस्तों। तो अज आप गल कर रहे हैं कहानी चिट्टी कबूतरी की तस्वीर बारे। बड़ी मज़ेदार कहानी है, बड़े ध्यान नाल सुनियो। तो कहानी शुरू इदां हुंदी है कि इच मैं पात्र है भाग सिंह ते उहदा मुंडा जस्सी। जिहड़ा जस्सी है वो 6 महीने पहले अमरीका गया है सॉफ्टवेयर इंजीनियर के तौर पर काम करन। ते अमरीका विच एक मैं पात्र का दोस्त करम सिंह रहिंदा है, भाव जस्सी दे प्यो का दोस्त करम सिंह अमरीका च रहिंदा है। जिहड़ा करम सिंह है ਉਹ ਉੱਥੋਂ ਚਿੱਠੀਆਂ ਲਿਖਦਾ ਪੁੱਠੀਆਂ ਸਿੱਧੀਆਂ ਮੈਂ ਪਾਤਰ ਨੂੰ ਕਿ ਇੱਥੇ ਆ ਕੇ ਆਪਣੇ ਮੁੰਡੇ ਨੂੰ ਸਾਂਭ ਲੈ, ਨਹੀਂ ਇਹਨੇ ਕੋਈ ਚੰਨ ਚਾੜ ਦੇਣਾ, ਕਿਸੇ ਗੋਰੀ ਕੁੜੀ ਨਾਲ ਵਿਆਹ ਕਰਾ ਲੈਣਾ ਅਤੇ ਇੱਥੇ ਆ ਕੇ ਇਹਨੂੰ ਸਾਂਭ ਲੈ, ਨਹੀਂ ਤਾਂ ਬਾਅਦ 'ਚ ਤੂੰ ਪਛਤਾਏਂਗਾ। ਅਤੇ ਆਪਾਂ ਹੁਣ ਇਸ ਕਹਾਣੀ ਦਾ ਵਿਸ਼ਾ ਦੇਖ ਲੈਂਦੇ ਹਾਂ। ਚਿੱਟੀ ਕਬੂਤਰੀ ਦੀ ਤਸਵੀਰ ਕਹਾਣੀ ਜਗਜੀਤ ਬਰਾੜ ਦੀ ਲਿਖੀ ਹੋਈ ਹੈ ਅਤੇ ਇਸ ਕਹਾਣੀ ਦਾ ਵਿਸ਼ਾ ਪੰਜਾਬੀਆਂ ਦੇ ਗੋਰੀ ਨਸਲ ਦੀ ਇਸਤਰੀ ਪ੍ਰਤੀ ਆਕਰਸ਼ਣ, ਦੋਗਲਾ ਰਵੱਈਆ ਅਤੇ ਸੋਚ ਹੈ। ਮਤਲਬ ਪੰਜਾਬੀ ਲੋਕ ਇੱਕ ਤਾਂ ਆਕਰਸ਼ਿਤ ਵੀ ਹੁੰਦੇ ਉਹਨਾਂ ਵੱਲ ਅਤੇ ਉਹਨਾਂ ਬਾਰੇ ਕੀ ਸੋਚ ਰੱਖਦੇ ਹਨ, ਕੀ ਰਵੱਈਆ ਰੱਖਦੇ ਹਨ, ਅਤੇ ਉਹਦੇ ਬਾਰੇ ਲੇਖਕ ਗੱਲ ਕਰਦਾ। ਜਿਹੜਾ ਕਰਮ ਸਿੰਘ ਹੈ ਜੱਸੀ ਦੇ ਪਿਓ ਦਾ ਦੋਸਤ, ਉਹ ਗੋਰੀਆਂ ਬਾਰੇ ਥੋੜ੍ਹੀ ਇੱਦਾਂ ਸੋਚ ਰੱਖਦਾ ਕਿ ਜਿਹੜੀਆਂ ਗੋਰੀਆਂ ਉਹ ਤੇਰੀ ਸੌਰੀ ਅਤੇ ਕਰਮ ਸਿੰਘ ਗੋਰੀਆਂ ਕੁੜੀਆਂ ਨੂੰ ਬੜੀ ਚਰਿੱਤਰਹੀਣ ਸਮਝਦਾ ਅਤੇ ਬੇਵਫਾ ਆਖਦਾ ਹੈ, ਕਿਉਂਕਿ ਉਹ ਕਹਿੰਦਾ ਵੀ ਇਹਨਾਂ ਨੂੰ ਕੁਛ ਨਹੀਂ ਚਾਹੀਦਾ ਹੁੰਦਾ ਜਦੋਂ ਤੱਕ ਇਹਨਾਂ ਕੋਲ ਚੋਗਾ ਹੈਗਾ, ਭਾਵ ਮੁੰਡੇ ਕੋਲ ਪੈਸਾ ਹੈਗਾ, ਉਦੋਂ ਤੱਕ ਇਹ ਉਹਦੇ ਨਾਲ ਰਹਿੰਦੀਆਂ ਨੇ ਅਤੇ ਬਾਅਦ 'ਚ ਇਹ ਚਿੱਟੀ ਕਬੂਤਰੀ ਵਾਂਗ ਉਡਾਰੀ ਮਾਰ ਜਾਂਦੀਆਂ ਹਨ। ਉਹ ਕਹਿੰਦਾ ਕਿ ਇਹਨਾਂ ਨੂੰ ਸਿਰਫ ਚੋਗਾ ਚਾਹੀਦਾ ਹੁੰਦਾ, ਜਦੋਂ ਚੋਗਾ ਖਤਮ ਹੋ ਗਿਆ, ਭਾਵ ਪੈਸਾ ਖਤਮ ਹੋ ਗਿਆ ਮੁੰਡੇ ਕੋਲ, ਸਾਰਾ ਕੁਛ ਲੁੱਟ ਪੁੱਟ ਕੇ ਉਡਾਰੀ ਮਾਰ ਜਾਂਦੀਆਂ ਹਨ। ਅਤੇ ਬਾਅਦ 'ਚੋਂ ਮੈਂ ਪਾਤਰ ਨੂੰ ਕਹਿੰਦਾ ਵੀ ਉਹ ਵੀ ਪਛਤਾਏਗਾ ਅਤੇ ਉਹਦਾ ਮੁੰਡਾ ਜੱਸੀ ਵੀ ਪਛਤਾਏਗਾ, ਇਸ ਲਈ ਆਪਣੇ ਮੁੰਡੇ ਨੂੰ ਦੇਖ ਲੈ ਇੱਧਰ ਆ ਕੇ ਵੀ ਉਹਦਾ ਕਿਤੇ ਕੋਈ ਕਿਸੇ ਗੋਰੀ ਨਾਲ ਚੱਕਰ ਨਹੀਂ ਤੇ ਚੱਲ ਰਿਹਾ। ਕਰਮ ਸਿੰਘ ਦੀਆਂ ਕਈਆਂ ਗੱਲਾਂ ਬਾਰੇ ਹਾਲੇ ਜੱਸੀ ਦਾ ਪਿਓ ਸੋਚ ਹੀ ਰਿਹਾ ਹੁੰਦਾ ਹੈ ਕਿ ਇਹਨਾਂ ਨੂੰ ਜੱਸੀ ਦਾ ਫੋਨ ਆ ਜਾਂਦਾ ਹੈ ਕਿ ਉਹ ਆਪਣੀ ਯੂਨਿਟ ਦਾ ਮੈਨੇਜਰ ਬਣ ਚੁੱਕਾ ਹੈ ਅਤੇ ਆਪਣੇ ਪਿਤਾ ਜੀ ਨੂੰ ਕਹਿੰਦਾ ਕਿ ਉਹ ਉੱਥੇ ਉਹਨੂੰ ਅਮਰੀਕਾ 'ਚ ਆ ਕੇ ਇੱਕ ਵਾਰ ਮਿਲ ਲਵੇ। ਇਸੇ ਬਹਾਨੇ ਜੱਸੀ ਦਾ ਪਿਓ ਵੀ ਸੋਚਦਾ ਹੈ ਕਿ ਮੈਂ ਵੀ ਚੈੱਕ ਕਰ ਆਵਾਂ ਕਿ ਕਿਤੇ ਜੱਸੀ ਦਾ ਸੱਚਿਓ ਕਿਤੇ ਕੋਈ ਕਿਸੇ ਗੋਰੀ ਕੁੜੀ ਨਾਲ ਚੱਕਰ 'ਤੇ ਨਹੀਂ ਚੱਲ ਰਿਹਾ, ਅਤੇ ਉੱਥੇ ਉਹਨੂੰ ਉਸਦਾ ਦੋਸਤ ਕਰਮ ਸਿੰਘ ਵੀ ਮਿਲ ਜਾਂਦਾ ਜੋ ਅਮਰੀਕਾ 'ਚ ਰਹਿੰਦਾ ਹੈ। ਜੱਸੀ ਦਾ ਪਿਓ ਅਮਰੀਕਾ ਪਹੁੰਚ ਗਿਆ ਅਤੇ ਇੱਕ ਦਿਨ ਪੈਨ ਲੱਭਣ ਲਈ ਜਦੋਂ ਜੱਸੀ ਦੇ ਕਮਰੇ ਵਿੱਚ ਗਿਆ ਤਾਂ ਉਸਨੇ ਦੇਖਿਆ ਕਿ ਜੱਸੀ ਦੇ ਸਿਰਹਾਣੇ 'ਤੇ ਇੱਕ ਬਹੁਤ ਸੋਹਣੀ ਕੁੜੀ ਦੀ ਤਸਵੀਰ ਪਈ ਹੈ ਅਤੇ ਉਸ ਦੀਆਂ ਫਿਰੋਜ਼ੀ ਅੱਖਾਂ ਦੇਖ ਕੇ ਉਹ ਘਬਰਾਉਣ ਲੱਗ ਪਿਆ ਕਿ ਕਿਤੇ ਜੱਸੀ ਦਾ ਇਸ ਕੁੜੀ ਨਾਲ ਕੋਈ ਚੱਕਰ 'ਤੇ ਨਹੀਂ ਚੱਲ ਰਿਹਾ, ਅਤੇ ਉਹਨੂੰ ਕਰਮ ਸਿੰਘ ਦੀਆਂ ਗੱਲਾਂ ਯਾਦ ਆਉਣ ਲੱਗ ਪਈਆਂ ਕਿ ਗੋਰੀਆਂ ਕੁੜੀਆਂ ਬੜੀ ਬੇਵਫਾ ਹੁੰਦੀਆਂ ਹਨ ਅਤੇ ਚਰਿੱਤਰਹੀਣ ਹੁੰਦੀਆਂ ਹਨ। ਸ਼ਾਮੀ ਜਦੋਂ ਜੱਸੀ ਘਰੇ ਆਉਂਦਾ ਤਾਂ ਮੈਂ ਪਾਤਰ ਉਸਦਾ ਪਿਓ ਉਸ ਤੋਂ ਪੁੱਛਦਾ ਹੈ ਕਿ ਇਹ ਉਸਦੇ ਕਮਰੇ ਵਿੱਚ ਤਸਵੀਰ ਕਿਸ ਦੀ ਹੈ, ਤਾਂ ਜੱਸੀ ਦੱਸਦਾ ਹੈ ਕਿ ਉਹ ਕੁੜੀ ਇੱਥੇ ਇੱਕ ਕੰਪਨੀ ਦੀ ਮਾਡਲਿੰਗ ਕਰਦੀ ਹੈ ਅਤੇ ਉਸਨੇ ਉਸਦੀ ਤਸਵੀਰ ਇੱਕ ਮੈਗਜ਼ੀਨ ਵਿੱਚੋਂ ਕੱਟੀ ਹੈ ਅਤੇ ਉੱਥੇ ਰੱਖੀ ਹੈ। ਜੱਸੀ ਦੀ ਗੱਲ ਸੁਣ ਕੇ ਉਹਦੇ ਪਿਓ ਨੂੰ ਕੁਛ ਤਸੱਲੀ ਜਿਹੀ ਨਾ ਹੋਈ, ਉਹ ਸੋਚਣ ਲੱਗ ਪਿਆ ਅਤੇ ਸੋਚ ਕੇ ਉਹਦਾ ਸਿਰ ਦਰਦ ਹੋਣ ਲੱਗ ਪਿਆ। ਉਹ ਬਾਹਰ ਪਾਰਕ ਵਿੱਚ ਚਲਾ ਜਾਂਦਾ ਸੀਗਾ ਜਿੱਥੇ ਸਾਰੇ ਬਜ਼ੁਰਗ ਬੈਠੇ ਹੁੰਦੇ ਸੀਗੇ, ਉੱਥੇ ਕਰਮ ਸਿੰਘ ਵੀ ਆਉਂਦਾ ਸੀਗਾ। ਦੂਜੇ ਤੀਜੇ ਦਿਨ ਕਰਮ ਸਿੰਘ ਨੇ ਇਹੀ ਗੱਲ ਉਹਨੂੰ ਦੁਬਾਰਾ ਸੁਣਾਤੀ ਕਿ ਉਸ ਨੂੰ ਪਤਾ ਵੀ ਨਹੀਂ ਲੱਗਣਾ ਉਸਦੇ ਪੁੱਤਰ ਨੇ ਕਦੋਂ ਨੂੰਹ ਲੈ ਕੇ ਆ ਜਾਣਾ ਹੈ, ਅਤੇ ਗੋਰੀ ਨੂੰਹ ਤੋਂ ਕੋਈ ਸੇਵਾ ਦੀ ਆਸ ਨਾ ਰੱਖੇ ਹੋਏ ਬੜੀਆਂ ਚਰਿੱਤਰਹੀਣ ਹੁੰਦੀਆਂ ਹਨ ਅਤੇ ਬੇਵਫਾ ਹੁੰਦੀਆਂ ਹਨ। ਜੱਸੀ ਦੇ ਪਿਓ ਨੇ ਪਾਰਕ ਵਿੱਚ ਬੈਠਣ ਵਾਲੇ ਹੋਰ ਬਜ਼ੁਰਗਾਂ ਤੋਂ ਵੀ ਇਹ ਸੁਣਿਆ ਸੀਗਾ ਕਿ ਗੋਰੀਆਂ ਕਿਸੇ ਦੀਆਂ ਮਿੱਤ ਨਹੀਂ ਹੁੰਦੀਆਂ, ਇਹ ਖਾ ਪੀ ਕੇ ਆਪਣੇ ਰਾਹੇ ਪੈ ਜਾਂਦੀਆਂ ਹਨ। ਹਰ ਗੋਰੀ ਬਾਰੇ ਇੱਕ ਕਹਾਵਤ ਹੈ ਕਿ ਜਿਹੜਾ ਮਿਲਿਆ ਇਕੱਲਾ ਬੰਦਾ ਉਸ ਨਾਲ ਰਚਾਉਂਦੀ ਗੋਰਖ ਧੰਦਾ। ਅਮਰੀਕਾ ਵਿੱਚ ਪੰਜਾਬੀ ਬਜ਼ੁਰਗ ਲੋਕ ਸ਼ਾਮ ਨੂੰ ਪਾਰਕਾਂ ਵਿੱਚ ਇਕੱਠੇ ਹੁੰਦੇ ਸਨ ਅਤੇ ਉਹਨਾਂ ਨੂੰ ਪਾਰਕੀ ਕਿਹਾ ਜਾਂਦਾ ਸੀਗਾ। ਅਤੇ ਇੱਕ ਵਾਰ ਕਰਮ ਸਿੰਘ ਦੀ ਗੱਲ ਕਰਨ ਲੱਗੇ ਉਦੋਂ ਕਰਮ ਸਿੰਘ ਆਇਆ ਨਹੀਂ ਸੀਗਾ ਕਿ ਜਿਹੜੀ ਉਸਦੀ ਕਰਮ ਸਿੰਘ ਦੀ ਨੂੰਹ ਹੈ ਉਹ ਦੇਸੀ ਹੈ, ਭਾਵ ਇੰਡੀਅਨ ਹੈ, ਅਤੇ ਪਰ ਉਹਨੂੰ ਬੜਾ ਖਿੱਚ ਕੇ ਰੱਖਦੀ ਹੈ। ਉਹਦੇ ਸਿਰ 'ਤੇ ਸਾਰੇ ਕੰਮ ਪਏ, ਜਿਵੇਂ ਬੱਚਿਆਂ ਨੂੰ ਲਿਆਉਣਾ, ਗਲੀਚੇ ਸਾਫ਼ ਕਰਾਉਣੇ, ਚਟਾਈਆਂ ਸਾਫ਼ ਕਰਵਾਉਣੀਆਂ। ਇੱਕ ਵਾਰ ਕੀ ਹੋਇਆ ਕਿ ਕਰਮ ਸਿੰਘ ਨਵਾਂ ਆਇਆ ਸੀਗਾ ਅਤੇ ਉਸਨੇ ਆਪਣੀ 7 ਸਾਲ ਦੀ ਪੋਤੀ ਦੇ ਚਪੇੜ ਮਾਰਤੀ ਸੀ ਜੋ ਸ਼ਰਾਰਤ ਕਰ ਰਹੀ ਸੀ, ਅਤੇ ਉਸਦੀ ਪੋਤੀ ਨੇ ਪੁਲਿਸ ਨੂੰ ਫੋਨ ਕਰਤਾ ਅਤੇ ਚਾਈਲਡ ਅਬਿਊਜ਼ਿੰਗ ਦੇ ਕੇਸ ਵਿੱਚ ਉਹਨੂੰ ਫੜ ਕੇ ਲੈ ਗਈ ਸੀ ਪੁਲਿਸ। ਅਤੇ ਸ਼ਾਮ ਨੂੰ ਉਸਦੇ ਪੁੱਤਰ ਉਸਨੂੰ ਜ਼ਮਾਨਤ 'ਤੇ ਛੁਡਾ ਕੇ ਲੈ ਕੇ ਆਏ ਅਤੇ ਉਸ ਤੋਂ ਬਾਅਦ ਕਰਮ ਸਿੰਘ ਕਾਫੀ ਦਿਨ ਪਾਰਕ ਵਿੱਚ ਹੀ ਨਹੀਂ ਆਇਆ ਸੀ। ਇਸ ਤਰ੍ਹਾਂ ਸਾਰੇ ਲੋਕ ਆਪਣੇ ਗੱਲਾਂ ਸ਼ੇਅਰ ਕਰਦੇ ਹੁੰਦੇ ਸੀਗੇ, ਜਿਵੇਂ ਜੱਸੀ ਦੇ ਪਿਓ ਨੇ ਇੱਕ ਗੱਲ ਸ਼ੇਅਰ ਕੀਤੀ ਉਹਨਾਂ ਨਾਲ ਕਿ ਚਿੱਟੀ ਕਬੂਤਰੀ ਹੁੰਦੀ ਸੀ ਉਹਦੇ ਕੋਲ, ਕਬੂਤਰਬਾਜੀ ਦਾ ਸ਼ੌਕ ਹੁੰਦਾ ਸੀਗਾ ਕਾਫੀ, ਅਤੇ ਜਿਹੜੀ ਚਿੱਟੀ ਕਬੂਤਰੀ ਸੀਗੀ ਇੱਕ ਵਾਰ ਉਸਨੇ ਉਸਨੂੰ ਉਡਾਇਆ ਜਦੋਂ ਕੋਈ ਟੂਰਨਾਮੈਂਟ ਸੀਗਾ ਅਤੇ ਉਹ ਅੱਜ ਤੱਕ ਉਹ ਵਾਪਸ ਹੀ ਨਹੀਂ ਆਈ। ਇਸੇ ਤਰ੍ਹਾਂ ਸਾਰੇ ਬਜ਼ੁਰਗ ਆਪਣੀ ਪੁਰਾਣੀਆਂ ਗੱਲਾਂ ਸ਼ੇਅਰ ਕਰਦੇ ਹੁੰਦੇ ਸਨ ਉਸ ਪਾਰਕ ਵਿੱਚ। ਜੱਸੀ ਦਾ ਪਿਓ
ਸਾਰੀ ਗੋਰੀਆਂ ਕੁੜੀਆਂ ਨੂੰ ਉਸ ਚਿੱਟੀ ਕਬੂਤਰੀ ਵਾਂਗ ਆਖਦਾ ਸੀਗਾ, ਜਿਹੜੀਆਂ ਕਦੇ ਵਾਪਸ ਨਹੀਂ ਆਉਂਦੀਆਂ ਜਦੋਂ ਇੱਕ ਵਾਰ ਉਡਾਰੀ ਮਾਰ ਜਾਣ। ਅਤੇ ਇੱਕ ਦਿਨ ਜਦੋਂ ਜੱਸੀ ਦੇ ਪਿਓ ਨੂੰ ਜ਼ਿਆਦਾ ਹੀ ਉਹ ਗੱਲ ਸਤਾ ਰਹੀ ਸੀਗੀ ਕਿ ਉਹ ਜਿਹੜੀ ਕੁੜੀ ਦੀ ਤਸਵੀਰ ਪਈ ਆ ਉਹਦੇ ਸਿਰਹਾਣੇ, ਉਹ ਕਿਸ ਦੀ ਹੈ, ਤਾਂ ਉਸਨੇ ਪੁੱਛ ਹੀ ਲਿਆ ਜੱਸੀ ਕੋਲੋਂ। ਪਰ ਜੱਸੀ ਨੇ ਕੋਈ ਜ਼ਿਆਦਾ ਰਿਐਕਸ਼ਨ ਨਹੀਂ ਦਿੱਤਾ। ਉਹ ਥੋੜ੍ਹਾ ਹੱਸਿਆ ਅਤੇ ਉਸਨੇ ਗੱਲ ਟਾਲ ਦਿੱਤੀ ਕਿ ਉਹ ਕੋਈ ਨਹੀਂ ਹੈ। ਜੱਸੀ ਕੰਮ ਤੋਂ ਬਹੁਤ ਲੇਟ ਆਉਂਦਾ ਸੀਗਾ ਘਰ, ਅਤੇ ਸ਼ਨੀ ਐਤਵਾਰ ਨੂੰ ਵੀ ਉਹ ਬਾਹਰ ਹੀ ਰਹਿੰਦਾ ਸੀਗਾ। ਇੱਕ ਦਿਨ 2 ਵਜੇ ਸਵੇਰੇ ਘਰ ਵਾਪਸ ਆਇਆ ਅਤੇ ਉਸਦੇ ਅਤੇ ਕਿੰਨਾ ਚਿਰ ਉਹ ਬੂਹੇ ਵਿੱਚ ਖੜ੍ਹ ਕੇ ਅੰਗਰੇਜ਼ੀ ਵਿੱਚ ਇੱਕ ਕੁੜੀ ਨਾਲ ਗੱਲਾਂ ਕਰਦਾ ਰਿਹਾ। ਅਤੇ ਉਸਦੇ ਪਿਓ ਨੇ ਜਦੋਂ ਉਹ ਕੁੜੀ ਗਈ ਅਤੇ ਕਿਹਾ ਕਿ ਉਸਨੂੰ ਅੱਜ ਇੱਥੇ ਹੀ ਰੱਖ ਲੈਣਾ ਸੀਗਾ, ਹੁਣ ਇੰਨੀ ਰਾਤ ਨੂੰ ਉਹਨੇ ਵਿਚਾਰੀ ਨੇ ਕਿੱਥੇ ਮੁੜ ਕੇ ਘਰ ਜਾਣਾ। ਅਤੇ ਜੱਸੀ ਜਵਾਬ ਦਿੰਦਾ ਹੈ ਕਿ ਉਹਦੇ ਕੋਲ ਆਪਣੀ ਨਵੀਂ ਮਰਸਡੀਜ਼ ਕਾਰ ਹੈ, ਉਹਨੇ ਤੁਰ ਕੇ ਥੋੜ੍ਹੀ ਜਾਣਾ, ਚਲੀ ਜਾਵੇਗੀ। ਇੱਕ ਦਿਨ ਸਵੇਰੇ ਚਾਹ ਦਾ ਕੱਪ ਪੀਣ ਮਗਰੋਂ ਜੱਸੀ ਦੇ ਪਿਓ ਮੈਂ ਪਾਤਰ ਨੇ ਉਸਨੂੰ ਪੁੱਛਿਆ ਕਿ ਉਸਨੇ ਹੁਣ ਦੇਸ਼ ਗੇੜਾ ਕਦੋਂ ਮਾਰਨਾ ਹੈ, ਕਿਉਂਕਿ ਉਹ ਹੁਣ ਉਸਦਾ ਵਿਆਹ ਕਰਨਾ ਚਾਹੁੰਦੇ ਹਨ। ਵਿਆਹ ਦਾ ਨਾਮ ਸੁਣ ਕੇ ਜੱਸੀ ਦੇ ਮੂੰਹ ਦਾ ਰੰਗ ਉੜ ਗਿਆ। ਉਹ ਕਹਿਣ ਲੱਗਾ ਕਿ ਹੁਣ ਉਹ ਪੱਕਾ ਹੋ ਕੇ ਹੀ ਦੇਸ਼ ਗੇੜਾ ਮਾਰੇਗਾ, ਨਾਲੇ ਹੀ ਉਹ ਹੁਣ ਇੱਥੇ ਹੀ ਰਹਿਣਾ ਚਾਹੁੰਦਾ ਹੈ। ਵਿਆਹ ਬਾਰੇ ਉਸਨੂੰ ਚੰਗੀ ਤਰ੍ਹਾਂ ਸੋਚਣਾ ਪਵੇਗਾ, ਕਿਉਂਕਿ ਦੇਸ਼ ਤੋਂ ਆਈਆਂ ਕੁੜੀਆਂ ਨੂੰ ਇੱਥੇ ਰਹਿਣ ਵਿੱਚ ਦਿੱਕਤ ਹੁੰਦੀ ਹੈ, ਤਕਲੀਫ ਹੁੰਦੀ ਹੈ। ਮੈਂ ਪਾਤਰ ਨੇ ਉਸਨੂੰ ਪੁੱਛਿਆ ਕਿ ਜਿਹੜੀ ਆਹ ਕੁੜੀ ਹੈ ਤੈਨੂੰ ਇੱਥੇ ਪੱਕਾ ਕਰਾਉਣ ਦਾ ਲਾਰਾ ਲਾਉਂਦੀ ਹੈ, ਅਤੇ ਜੱਸੀ ਦਾ ਜਵਾਬ ਸੀਗਾ ਕਿ ਲੀਸਾ ਨੂੰ ਲਾਰਾ ਲਾਉਣ ਦੀ ਲੋੜ ਨਹੀਂ। ਮੈਂ ਪਾਤਰ ਸੋਚਾਂ ਵਿੱਚ ਪੈ ਜਾਂਦਾ, ਉਹਦਾ ਪਿਓ, ਕਿ ਜਿਹੜੀ ਕੁੜੀ ਕੱਲ੍ਹ ਤੱਕ ਇੱਕ ਮੈਗਜ਼ੀਨ ਦੀ ਤਸਵੀਰ ਸੀਗੀ, ਅੱਜ ਉਹ ਲੀਸਾ ਬਣ ਗਈ ਹੈ। ਜੱਸੀ ਦਾ ਪਿਓ ਕਹਿਣ ਲੱਗਾ ਕਿ ਗੋਰੀਆਂ ਕੁੜੀਆਂ ਕਿਸੇ ਦੀਆਂ ਮਿੱਤ ਨਹੀਂ ਹੁੰਦੀਆਂ, ਜਲਦੀ ਉਡਾਰੀ ਮਾਰ ਜਾਂਦੀਆਂ ਹਨ ਅਤੇ ਛੱਡ ਜਾਂਦੀਆਂ ਹਨ। ਜੱਸੀ ਕਹਿਣ ਲੱਗਾ ਕਿ ਲੀਸਾ ਇਸ ਤਰ੍ਹਾਂ ਦੀ ਕੁੜੀ ਨਹੀਂ ਹੈ, ਉਹ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਲੱਗੀ ਹੈ ਅਤੇ ਚੰਗੇ ਖਾਨਦਾਨ ਦੀ ਹੈ। ਉਸਨੇ ਹੁਣ ਉਸ ਨਾਲ ਮੰਗਣੀ ਕਰਵਾ ਲੈਣੀ ਹੈ ਅਤੇ ਮੰਗਣੀ ਵੇਲੇ ਉਸਦੇ ਪਿਓ ਦਾ ਉੱਥੇ ਹੋਣਾ ਜ਼ਰੂਰੀ ਹੈ। ਇਹ ਗੱਲ ਸੁਣ ਕੇ ਜੱਸੀ ਦਾ ਪਿਓ ਉੱਪਰੋਂ ਲੈ ਕੇ ਥੱਲੇ ਤੱਕ ਹਿੱਲ ਗਿਆ, ਅਤੇ ਜਦੋਂ ਉਹ 2 ਘੰਟਿਆਂ ਬਾਅਦ ਪਾਰਕ ਵਿੱਚ ਆਇਆ ਤਾਂ ਕਰਮ ਸਿੰਘ ਉਸਦਾ ਚਿਹਰਾ ਪੜ੍ਹ ਕੇ ਗੱਲਾਂ ਬਣਾਉਣ ਲੱਗਿਆ ਅਤੇ ਕਹਿਣ ਲੱਗਾ ਕਿ ਉਸਨੇ ਉਸਦੇ ਸਾਰੇ ਖਾਨਦਾਨ ਦੀ ਇੱਜ਼ਤ ਰੋਲ ਕੇ ਰੱਖ ਦੇਣੀ ਹੈ। ਅਤੇ ਉਹ ਕਹਿਣ ਲੱਗਾ ਕਿ ਨਾ ਹੀ ਉਸਨੂੰ ਉਹ ਗੋਰੀ ਪਿਆਰ ਕਰੇਗੀ ਅਤੇ ਨਾ ਹੀ ਉਸਦੇ ਪੋਤੇ ਅੱਗੇ ਉਸਨੂੰ ਕੋਈ ਬੁਲਾਉਣਗੇ। ਕਰਮ ਸਿੰਘ ਨੇ ਕਿਹਾ ਕਿ ਗੋਰੀਆਂ 'ਤੇ ਬਿਲਕੁਲ ਵੀ ਭਰੋਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਵੀ ਇਹ ਕਿਸੇ ਇਕੱਲੇ ਬੰਦੇ ਨੂੰ ਦੇਖਦੀਆਂ ਹਨ ਅਤੇ ਉਸ ਨਾਲ ਸੰਬੰਧ ਬਣਾ ਲੈਂਦੀਆਂ ਹਨ। ਹੁਣ ਜੱਸੀ ਦਾ ਪਿਓ ਆਪਣੇ ਫਿਊਚਰ ਬਾਰੇ ਸੋਚਣ ਲੱਗ ਪਿਆ ਕਿ ਹੁਣ ਕੀ ਬਣੇਗਾ। ਉਹ ਸੋਚਾਂ ਵਿੱਚ ਪੂਰੀ ਤਰ੍ਹਾਂ ਡੁੱਬ ਗਿਆ। ਅੰਨੇ ਨੂੰ ਦੁਪਹਿਰ ਦਾ ਹੀ ਟਾਈਮ ਸੀਗਾ ਕਿ ਜੱਸੀ ਵੀ ਘਰ ਆ ਜਾਂਦਾ ਹੈ, ਅਤੇ ਉਹ ਦੱਸਦਾ ਹੈ ਕਿ ਉਸਦੀ ਮੀਟਿੰਗ ਹੈ 4-5 ਬੰਦਿਆਂ ਨਾਲ ਅਤੇ ਉਸਨੂੰ ਜਾਣਾ ਪਵੇਗਾ। ਅਤੇ ਉਹ ਦੱਸਦਾ ਹੈ ਕਿ ਅੱਜ ਸ਼ਾਮੀ ਲੀਸਾ ਜੋ ਹੈ ਉਹ ਘਰ ਆਵੇਗੀ, ਉਹ ਇੱਕ ਚੀਜ਼ ਲੈਣ ਲਈ ਆਵੇਗੀ ਜੋ ਕਿ ਉਸਦੀ ਮਾਂ ਲਈ ਜਨਮ ਦਿਨ ਦਾ ਤੋਹਫਾ ਹੈ, ਜੋ ਕਿ ਜੱਸੀ ਨੇ ਦੇਣਾ ਸੀਗਾ। ਜੱਸੀ ਦਾ ਪਿਓ ਸਮਝ ਗਿਆ ਕਿ ਜੇਕਰ ਲੀਸਾ ਦੀ ਮਾਂ ਨੂੰ ਜਨਮ ਦਿਨ ਦੇ ਤੋਹਫੇ ਦਿੱਤੇ ਜਾ ਰਹੇ ਹਨ ਤਾਂ ਗੱਲ ਬਹੁਤ ਅੱਗੇ ਵੱਧ ਚੁੱਕੀ ਹੈ। ਜੱਸੀ ਕਹਿਣ ਲੱਗਾ ਕਿ ਲੀਸਾ ਬਹੁਤ ਹਾਸੇ ਮਖੌਲ ਵਾਲੀ ਹੈ, ਤਾਂ ਕਰਕੇ ਉਹ ਬਿਲਕੁਲ ਘਬਰਾਉਣ ਨਾ ਇੰਗਲਿਸ਼ ਵਿੱਚ 4-5 ਜਬਲੀਆਂ ਮਾਰ ਕੇ ਆਪੇ ਚਲੀ ਜਾਵੇਗੀ। ਜੱਸੀ ਦਾ ਪਿਓ ਸੋਚਾਂ ਵਿੱਚ ਡੁੱਬ ਗਿਆ। ਉਹ ਕਦੇ ਬਾਥਰੂਮ ਜਾਵੇ, ਕਦੇ ਆਪਣੀ ਪੱਗ ਸੈੱਟ ਕਰੇ, ਕਦੇ ਕੁਛ ਕਰੇ। ਇੰਨੇ ਨੂੰ ਦਿਨ ਢਲਦਾ ਅਤੇ ਘੰਟੀ ਵੱਜਦੀ। ਉਹ ਸਮਝ ਗਿਆ ਕਿ ਲੀਸਾ ਆ ਗਈ। ਪਰ ਉੱਥੇ ਕਰਮ ਸਿੰਘ ਆਇਆ ਹੁੰਦਾ ਹੈ ਅਤੇ ਉਹ ਕਹਿੰਦਾ ਕਿ ਅੱਜ ਉਸਦੀ ਨੂੰਹ ਨੇ ਉਸਨੂੰ ਬਾਹਰ ਕੱਢ ਦਿੱਤਾ, ਕਿਉਂਕਿ ਉਸਦੇ ਘਰ ਉਸਦੀ ਭੈਣ ਅਤੇ ਭਣੋਈਏ ਅਤੇ 3 ਬੱਚੇ ਨਿਆਣਾ ਸੀਗਾ, ਤਾਂ ਕਰਕੇ ਘਰ ਵਿੱਚ ਭੀੜ ਨਾ ਹੋ ਜਾਵੇ, ਇਸ ਲਈ ਉਸਨੂੰ ਬਾਹਰ ਕੱਢ ਦਿੱਤਾ ਗਿਆ ਹੈ। ਉਸਦੀ ਨੂੰਹ ਨੇ ਉਸਨੂੰ ਬਾਹਰ ਰਹਿਣ ਲਈ ਕਿਹਾ, ਭਾਵੇਂ ਇੱਕ ਰਾਤ ਹੀ ਬਾਹਰ ਗੁਜ਼ਾਰ ਆਵੇ। ਜੱਸੀ ਦਾ ਪਿਓ ਕਹਿਣ ਲੱਗਾ ਕਿ ਇਹ ਤਾਂ ਬੜੀ ਨਿਰਾਦਰੀ ਵਾਲੀ ਗੱਲ ਹੋਈ ਹੈ ਕਿ ਉਸਨੂੰ ਘਰ ਤੋਂ ਹੀ ਕੱਢ ਦਿੱਤਾ ਗਿਆ। ਜੱਸੀ ਦਾ ਪਿਓ ਕਰਮ ਸਿੰਘ ਨੂੰ ਸ਼ਰਾਬ ਭਰ ਕੇ ਦੇ ਦਿੰਦਾ ਹੈ ਅਤੇ ਆਪ ਵੀ ਲੈ ਲੈਂਦਾ ਹੈ। ਥੋੜ੍ਹੀ ਜਿਹੀ ਉਹ ਦੋਨੇ ਬੈਠ ਜਾਂਦੇ ਹਨ ਅਤੇ ਇੰਨੇ ਨੂੰ ਫਿਰ ਘੰਟੀ ਵੱਜਦੀ ਹੈ ਬਾਹਰ। ਲੀਸਾ ਆ ਚੁੱਕੀ ਹੁੰਦੀ ਹੈ। ਮੈਂ ਪਾਤਰ ਦਰਵਾਜ਼ਾ ਖੋਲ੍ਹਦਾ ਹੈ। ਉਸਨੇ ਆਪਣੀ ਪੂਰੀ ਜ਼ਿੰਦਗੀ ਵਿੱਚ ਇੰਨੀ ਸੋਹਣੀ ਕੁੜੀ ਕਦੇ ਨਹੀਂ ਦੇਖੀ ਹੁੰਦੀ ਹੈ। ਉਹ ਜ਼ਰਾ ਜਿਹਾ ਸਿਰ ਨਿਭਾਉਂਦਾ ਹੈ ਅਤੇ ਉਹ ਅੰਦਰ ਲੰਘ ਆਉਂਦੀ ਹੈ, ਅਤੇ ਅੰਦਰ ਆ ਕੇ ਉਹ ਕਰਮ ਸਿੰਘ ਨਾਲ ਹੱਥ ਮਿਲਾ ਲੈਂਦੀ ਹੈ। ਉਹ ਚੁੱਪਚਾਪ ਆ ਕੇ ਬੈਠ ਜਾਂਦੀ ਹੈ ਅਤੇ ਆਪਣੇ ਪਰਸ ਵਿੱਚੋਂ ਇੱਕ ਸ਼ੀਸ਼ਾ ਕੱਢਦੀ ਹੈ, ਜਿਸ ਨਾਲ ਉਹ ਆਪਣੇ ਅੱਗੇ ਦੇ ਵਾਲ ਸੈੱਟ ਕਰਦੀ ਹੈ। ਫਿਰ ਉਹ ਇੱਕ ਕਾਗਜ਼ ਕੱਢਦੀ ਹੈ ਅਤੇ ਆਪਣੀ ਲਿਪਸਟਿਕ ਨਾਲ ਕਾਗਜ਼ ਉੱਤੇ ਬੋਤਲ ਅਤੇ ਗਿਲਾਸ ਦੀ ਤਸਵੀਰ ਬਣਾ ਦਿੰਦੀ ਹੈ। ਕਰਮ ਸਿੰਘ ਆਖਦਾ ਹੈ ਕਿ ਇਹ ਸ਼ਰਾਬ ਮੰਗ ਰਹੀ ਹੈ। ਮੈਂ ਪਾਤਰ ਨੂੰ ਜ਼ਰਾ ਜਿਹੀ ਨਮੋਸ਼ੀ ਹੁੰਦੀ ਹੈ, ਪਰ ਉਹ ਉਸਨੂੰ ਬੋਤਲ ਅਤੇ ਗਿਲਾਸ ਫੜਾ ਦਿੰਦਾ ਹੈ। ਉਹ ਗਿਲਾਸ ਚੱਕ ਕੇ ਥੋੜ੍ਹਾ ਜਿਹਾ ਉੱਤੇ ਚੱਕਦੀ ਹੈ ਅਤੇ ਮੁਸਕਰਾਉਂਦੀ ਹੈ ਅਤੇ ਜ਼ਰਾ ਜਿਹਾ ਘੁੱਟ ਭਰਦੀ ਹੈ। ਥੋੜ੍ਹੀ ਦੇਰ ਬੈਠਦੀ ਹੈ ਅਤੇ ਬਾਥਰੂਮ ਚਲੇ ਜਾਂਦੀ ਹੈ। ਬਾਥਰੂਮ ਤੋਂ ਆ ਕੇ ਉਹ ਫਿਰ ਇੱਕ ਗਿਲਾਸ ਭਰਦੀ ਹੈ ਅਤੇ ਥੋੜ੍ਹੀ ਦੇਰ ਬਹਿ ਕੇ ਫਿਰ ਬਾਥਰੂਮ ਚਲੇ ਜਾਂਦੀ ਹੈ। ਕਰਮ ਸਿੰਘ ਆਖਦਾ ਹੈ ਕਿ ਇਹ ਬਾਥਰੂਮ ਬੜਾ ਜਾਂਦੀ ਹੈ, ਅਤੇ ਬਾਅਦ 'ਚ ਆਖਦਾ ਹੈ ਕਿ ਇੰਨਾ ਜ਼ਿਆਦਾ ਪੀਏਗੀ ਅਤੇ ਬਾਥਰੂਮ ਤਾਂ ਜਾਊਂਗੀ ਹੀ। ਬਾਹਰ ਹਨੇਰਾ ਹੋ ਰਿਹਾ ਸੀਗਾ ਅਤੇ ਕਰਮ ਸਿੰਘ ਤਾਂ ਸੋਚ ਰਿਹਾ ਸੀ ਇਹ ਕੁੜੀ ਇੱਥੋਂ ਜਾਵੇ ਹੀ ਨਾ। ਉਹ ਆਪਣੇ ਮਨ ਵਿੱਚ ਪਤਾ ਨਹੀਂ ਕੀ ਖਿਆਲ ਬਣਾ ਰਿਹਾ ਸੀਗਾ। ਉਹ ਕਦੇ ਆਪਣੀਆਂ ਮੁੱਛਾਂ ਸੰਵਾਰਦਾ ਸੀਗਾ, ਕਦੇ ਆਪਣੀ ਪੱਗ ਸੰਵਾਰਦਾ ਸੀਗਾ, ਅਤੇ ਉਸਨੇ ਕੀ ਕੀਤਾ ਕਿ ਬੈਠੇ ਬੈਠੇ ਆਪਣੀ ਕੁਰਸੀ ਲੀਸਾ ਦੇ ਕੋਲ ਨੂੰ ਕਰ ਲਈ ਕਰਮ ਸਿੰਘ ਨੇ।
ਤੇ ਜਿਸ ਉੱਤੇ ਜੱਸੀ ਦੇ ਪਿਓ ਨੂੰ ਬੜਾ ਗੁੱਸਾ ਆਇਆ ਤੇ ਉਸਨੇ ਉਸ ਨੂੰ ਝਿੜਕਿਆ। ਇਹਨਾਂ ਨੂੰ ਲੀਸਾ ਨੇ ਦੁਬਾਰਾ ਆਪਣੇ ਪਰਸ ਵਿੱਚੋਂ ਇੱਕ ਕਾਗਜ਼ ਤੇ ਲਿਪਸਟਿਕ ਕੱਢੇ ਤੇ ਕਾਗਜ਼ ਉੱਤੇ ਇੱਕ ਮੁਰਗੇ ਦੀ ਤਸਵੀਰ ਬਣਾ ਦਿੱਤੀ। ਤਾਂ ਕਰਮ ਸਿੰਘ ਨੇ ਜੱਸੀ ਦੇ ਪਿਓ ਨੂੰ ਆਖਿਆ ਕਿ ਇਹ ਹੁਣ ਮੁਰਗਾ ਮੰਗਦੀ ਹੈ ਤੇ ਉਹ ਦੋਵੇਂ ਬਾਜ਼ਾਰੋਂ ਮੁਰਗਾ ਲੈਣ ਚਲੇ ਜਾਂਦੇ ਹਨ। ਤੇ ਰਸਤੇ ਵਿੱਚ ਕਰਮ ਸਿੰਘ ਆਖਦਾ ਹੈ ਕਿ ਹੁਣ ਮੁਰਗੇ ਤੋਂ ਬਾਅਦ ਉਹ ਆਪਣੀ ਇੱਕ ਬੈੱਡ ਦੀ ਬਿਸਤਰ ਦੀ ਤਸਵੀਰ ਬਣਾਵੇਗੀ। ਉਹ ਆਖਦਾ ਹੈ ਕਿ ਸਾਡੀ ਕਿਸਮਤ ਖੁੱਲ੍ਹ ਚੱਲੀ ਹੈ, ਹੁਣ ਆਪਾਂ ਮਜ਼ੇ ਕਰਾਂਗੇ। ਤੁਸੀਂ ਸਮਝ ਰਹੇ ਹੋ ਨਾ ਸਾਰੇ ਕੀ ਕਹਿੰਦਾ ਉਹ। ਜੱਸੀ ਦਾ ਪਿਓ ਹੁਣ ਡਰਨ ਵੀ ਲੱਗਾ ਕਿ ਕਿਤੇ ਹੁਣ ਸੱਚੀ ਲੀਸਾ ਬਿਸਤਰ ਦੀ ਤਸਵੀਰ ਨਾ ਬਣਾ ਦੇਵੇ। ਉੱਧਰ ਕਰਮ ਸਿੰਘ ਖੁਸ਼ ਹੋਈ ਜਾ ਰਿਹਾ ਸੀਗਾ। ਜੱਸੀ ਦਾ ਪਿਓ ਅਰਦਾਸ ਕਰ ਰਿਹਾ ਸੀਗਾ ਕਿ ਕੁਝ ਵੀ ਇਸ ਤਰ੍ਹਾਂ ਦਾ ਨਾ ਹੋਵੇ। ਉਹ ਵਾਹਿਗੁਰੂ ਵਾਹਿਗੁਰੂ ਕਰਨ ਲੱਗਾ, ਕਹਿਣ ਲੱਗਾ ਕਿ ਇਹ ਲੀਸਾ ਜੋ ਹੈ ਉਹ ਜੱਸੀ ਦੀ ਇਮਾਨਤ ਹੈ, ਇਸ ਨੂੰ ਅਸੀਂ ਕੁਛ ਨਹੀਂ ਕਰ ਸਕਦੇ। ਜਦੋਂ ਉਹ ਬਾਜ਼ਾਰ ਤੋਂ ਮੁਰਗਾ ਲੈ ਕੇ ਵਾਪਸ ਆਏ ਤਾਂ ਲੀਸਾ ਨੇ ਬੋਤਲ ਬਿਲਕੁਲ ਥੱਲੇ ਲਾ ਦਿੱਤੀ ਸੀਗੀ। ਮੈਂ ਪਾਤਰ ਨੂੰ ਬਹੁਤ ਹੈਰਾਨੀ ਹੋਣ ਲੱਗੀ ਕਿ ਹੁਣ ਇਹ ਘਰ ਕਿਵੇਂ ਜਾਵੇਗੀ। ਗੱਡੀ ਚਲਾਉਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਇੰਨੀ ਸ਼ਰਾਬ ਪੀ ਕੇ ਆਪਣੇ ਆਪ ਨੂੰ ਕਿਵੇਂ ਸਾਂਭੇਗੀ। ਇੰਨੇ ਵਿੱਚੋਂ ਚੰਗੀ ਭੱਲੀ ਉੱਠੀ ਤੇ ਰਸੋਈ ਵਿੱਚੋਂ ਪਲੇਟਾਂ, ਛੁਰੀ ਤੇ ਕੰਡੇ ਲੈ ਆਈ। ਕਰਮ ਸਿੰਘ ਜੱਸੀ ਦੇ ਪਿਓ ਨੂੰ ਕਹਿਣ ਲੱਗਾ ਕਿ ਇੱਕ ਖਾਲੀ ਕਾਗਜ਼ ਵੀ ਲੈ ਆਵੇ ਤਾਂ ਕਿ ਉਹ ਹੁਣ ਅੱਗੇ ਵਾਲੀ ਤਸਵੀਰ ਬਣਾ ਸਕੇ। ਉਸਦੇ ਮਨ ਵਿੱਚ ਅਲੱਗ ਹੀ ਖੁਸ਼ੀ ਚੱਲ ਰਹੀ ਸੀ। ਲੀਸਾ ਨੇ ਇੱਕ ਟੁਕੜਾ ਮੁਰਗੇ ਦਾ ਖਾਧਾ ਤੇ 2 ਘੁੱਟ ਸੋਡੇ ਦੇ ਭਰੇ ਤੇ ਨਾਲ ਹੀ ਉਸਨੇ ਆਪਣੇ ਬੈਗ ਵਿੱਚੋਂ ਲਿਪਸਟਿਕ ਕੱਢ ਲਈ ਤੇ ਕਰਮ ਸਿੰਘ ਨੂੰ ਤੇ ਜੱਸੀ ਦੇ ਪਿਓ ਨੂੰ ਅੱਖ ਮਾਰੀ ਤੇ ਉਹ ਦੋਵੇਂ ਉੱਥੇ ਹੀ ਪੱਥਰ ਵਾਂਗ ਸੁੰਨ ਹੋ ਗਏ। ਫਿਰ ਲੀਸਾ ਨੇ ਬੈਗ ਵਿੱਚੋਂ ਆਪਣਾ ਸ਼ੀਸ਼ਾ ਕੱਢ ਕੇ ਬੁੱਲ੍ਹਾਂ ਉੱਤੇ ਲਿਪਸਟਿਕ ਲਗਾਈ ਤੇ ਵਾਲ ਸੈੱਟ ਕੀਤੇ ਤੇ ਉਸਨੇ ਪਰਸ ਖੋਲ੍ਹਿਆ ਤੇ ਕਰਮੇ ਨੇ ਕੰਨ ਚੁੱਕ ਲਏ ਤੇ ਕਿ ਹੁਣ ਆ ਕੁਛ ਬਣਾਏਗੀ ਨਵਾਂ। ਉਸਨੇ ਕਾਰ ਦੀਆਂ ਚਾਬੀਆਂ ਕੱਢੀਆਂ ਤੇ ਥੈਂਕ ਯੂ ਕਹਿ ਕੇ ਮੁਸਕਰਾ ਕੇ ਬਾਹਰ ਚਲੀ ਗਈ। ਕਰਮ ਸਿੰਘ ਵਿਚਾਰਾ ਹੁਣ ਜਿਹੜਾ ਉਹਦੇ ਨਾਲ ਬਿਸਤਰੇ ਦੇ ਸੁਪਨੇ ਲੈ ਰਿਹਾ ਸੀਗਾ ਤੇ ਆਪਣੇ ਦਿਮਾਗ 'ਚ ਇੱਕ ਤਸਵੀਰ ਬਣਾਈ ਬੈਠਾ ਸੀਗਾ ਕਿ ਹਰ ਗੋਰੀ ਕੁੜੀ ਇਹੀ ਕਰਦੀ ਹੈ ਕਿ ਜਦੋਂ ਉਹਨੂੰ ਕੋਈ ਇਕੱਲਾ ਬੰਦਾ ਮਿਲਦਾ ਤੇ ਉਸ ਨਾਲ ਗਲਤ ਕੰਮ ਕਰਦੀ ਹੈ। ਉਹ ਕਦੇ ਹੁਣ ਜੱਸੀ ਦੇ ਪਿਓ ਵੱਲ ਦੇਖੇ, ਕਦੇ ਆਪਣੀ ਜਿਹੜੀ ਲੀਸਾ ਵੱਲ ਦੇਖੇ ਤੇ ਉਹ ਬੜਾ ਹੈਰਾਨ ਪਰੇਸ਼ਾਨ ਜਿਹਾ ਹੋ ਗਿਆ। ਇੰਨੇ ਨੂੰ ਜੱਸੀ ਦਾ ਪਿਓ ਬਾਥਰੂਮ ਵਿੱਚ ਜਦੋਂ ਮੂੰਹ ਧੋਣ ਲਈ ਗਿਆ ਤਾਂ ਉਹ ਦੇਖਦਾ ਹੈ ਕਿ ਲੀਸਾ ਨੇ ਸ਼ਰਾਬ ਪੀਤੀ ਨਹੀਂ ਸੀਗੀ, ਬਲਕਿ ਉਹਨੇ ਸ਼ਰਾਬ ਨੂੰ ਜਿਹੜੇ ਬਾਥਰੂਮ ਵਿੱਚ ਗਮਲੇ ਪਏ ਸਨ, ਫੁੱਲਦਾਨ ਪਏ ਸਨ, ਉਹਨਾਂ ਵਿੱਚ ਭਰ ਦਿੱਤਾ ਸੀਗਾ। ਅਤੇ ਉਹ ਸਮਝ ਗਿਆ ਕਿ ਉਹ ਸਿਰਫ ਮਖੌਲ ਕਰ ਰਹੀ ਸੀ ਉਹਨਾਂ ਨਾਲ। ਅਤੇ ਜੱਸੀ ਦੇ ਪਿਓ ਨੂੰ ਵਿਸ਼ਵਾਸ ਹੋ ਗਿਆ ਕਿ ਹਰ ਗੋਰੀ ਕੁੜੀ ਖਰਾਬ ਨਹੀਂ ਹੁੰਦੀ। ਜੱਸੀ ਨੇ ਵੀ ਪਹਿਲਾਂ ਦੱਸਿਆ ਸੀਗਾ ਕਿ ਉਹ ਬੜੀ ਹਾਸੇ ਮਖੌਲ ਵਾਲੀ ਹੈ, ਉਹਦੇ ਨਾਲ ਤੁਸੀਂ ਘਬਰਾਇਓ ਨਾ। ਅਤੇ ਜੱਸੀ ਦੇ ਪਿਓ ਦਾ ਮਨ ਕਰ ਰਿਹਾ ਸੀਗਾ ਕਿ ਹੁਣ ਜਿਹੜੇ ਆ ਗਮਲੇ ਪਏ ਆ ਕਰਮ ਸਿੰਘ ਦੇ ਸਿਰ ਵਿੱਚ ਮਾਰੇ, ਕਿਉਂਕਿ ਉਹ ਗੋਰੀਆਂ ਕੁੜੀਆਂ ਬਾਰੇ ਗਲਤ ਸੋਚਦਾ ਸੀਗਾ ਅਤੇ ਉਹਨਾਂ ਨੂੰ ਗਲਤ ਮਲਤ ਆਖਦਾ ਸੀਗਾ। ਜਦੋਂ ਜੱਸੀ ਦਾ ਪਿਓ ਕਮਰੇ ਵਿੱਚ ਆਉਂਦਾ ਤਾਂ ਉਹ ਦੇਖਦਾ ਕਿ ਕਰਮ ਸਿੰਘ ਲੀਸਾ ਦੁਆਰਾ ਬਣਾਈਆਂ ਗਈਆਂ ਜਿਹੜੀਆਂ ਤਸਵੀਰਾਂ ਸੀਗੀਆਂ ਮੁਰਗੇ ਦੀ, ਬੋਤਲ ਅਤੇ ਗਲਾਸ ਦੀ, ਉਹਨਾਂ ਨੂੰ ਪਾੜ ਰਿਹਾ ਹੁੰਦਾ ਹੈ। ਤਾਂ ਜੱਸੀ ਦਾ ਪਿਓ ਕਰਮ ਸਿੰਘ ਨੂੰ ਕਹਿੰਦਾ ਕਿ ਜਿਹੜੀ ਤੇਰੇ ਦਿਮਾਗ 'ਚ ਤਸਵੀਰ ਬਣੀ ਵੀ ਹੈ ਨਾ ਲੀਸਾ ਵਰਗੀਆਂ ਕੁੜੀਆਂ ਬਾਰੇ, ਗੋਰੀਆਂ ਕੁੜੀਆਂ ਬਾਰੇ ਗਲਤ, ਉਹਨਾਂ ਨੂੰ ਵੀ ਤੂੰ ਅੱਗ ਲਾ ਦੇ। ਅਤੇ ਜੱਸੀ ਦਾ ਪਿਓ ਕੀ ਫੀਲ ਕਰਦਾ ਕਿ ਜਿਹੜੀ ਕਬੂਤਰੀ ਇੱਕ ਵਾਰ ਉਹ ਤੋਂ ਹੱਥੋਂ ਉੜ ਗਈ ਸੀਗੀ, ਹੁਣ ਉਹ ਇੱਥੇ ਦੂਰ ਅਮਰੀਕਾ ਵਿੱਚ ਜੱਸੀ ਦੇ ਅਪਾਰਟਮੈਂਟ ਵਿੱਚ ਵਸ ਗਈ ਆ ਕੇ। ਇਸ ਤਰ੍ਹਾਂ ਲੇਖਕ ਨੇ ਬਾਈ ਇਸ ਕਹਾਣੀ ਦੁਆਰਾ ਆਪਾਂ ਨੂੰ ਇੱਕ ਦੇਸੀ ਨੂੰਹ ਅਤੇ ਵਿਦੇਸ਼ੀ ਨੂੰਹ ਦਾ ਕੰਪੈਰੀਜ਼ਨ ਕਰਕੇ ਦਿਖਾਇਆ ਕਿ ਜ਼ਰੂਰੀ ਨਹੀਂ ਹੈ ਕਿ ਜਿਹੜੀ ਦੇਸੀ ਨੂੰਹ ਹੈ ਉਹੀ ਚੰਗੀ ਹੋਵੇ, ਅਤੇ ਇਹ ਵੀ ਜ਼ਰੂਰੀ ਨਹੀਂ ਹੈ ਕਿ ਜਿਹੜੀ ਵਿਦੇਸ਼ੀ ਨੂੰਹ ਹੈ ਉਹ ਮਾੜੀ ਜਾਂ ਬੇਵਫਾ ਹੀ ਹੋਵੇ। ਕਿਉਂਕਿ ਕਰਮ ਸਿੰਘ ਦੀ ਨੂੰਹ ਉਹਨੂੰ ਬੜਾ ਖਿੱਚ ਕੇ ਰੱਖਦੀ ਸੀਗੀ ਅਤੇ ਉਹਦੇ ਬੱਚੇ ਵੀ ਉਹਨੂੰ ਜ਼ਿਆਦਾ ਪਿਆਰ ਨਹੀਂ ਕਰਦੇ ਸੀਗੇ। ਅਤੇ ਇੱਧਰ ਜਿਹੜੀ ਲੀਸਾ ਹੈ ਉਹ ਬੜੀ ਚੰਗੀ ਕੁੜੀ ਹੈ, ਪ੍ਰੋਫੈਸਰ ਲੱਗੀ ਹੈ ਯੂਨੀਵਰਸਿਟੀ 'ਚ, ਅਤੇ ਜੇ ਵਿਆਹ ਹੁੰਦਾ ਵੀ ਹੈ ਤਾਂ ਲੱਗਦਾ ਨਹੀਂ ਹੈ ਕਿ ਉਹ ਇਸ ਤਰ੍ਹਾਂ ਦਾ ਵਿਹਾਰ ਕਰੇਗੀ ਜਿਸ ਤਰ੍ਹਾਂ ਕਰਮ ਸਿੰਘ ਦੀ ਦੇਸੀ ਨੂੰਹ ਕਰਦੀ ਸੀ। ਅਤੇ ਬਾਈ ਇਸ ਕਹਾਣੀ ਵਿੱਚ ਲੇਖਕ ਨੇ ਬਸ ਪੰਜਾਬੀਆਂ ਦੀ ਉਹਨਾਂ ਕੁੜੀਆਂ ਬਾਰੇ ਸੋਚ ਨੂੰ ਥੋੜ੍ਹਾ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਇੱਦਾਂ ਦੀਆਂ ਗੱਲਾਂ ਸੋਚਦੇ ਹਨ ਕਿ ਵਿਦੇਸ਼ੀ ਕੁੜੀਆਂ ਸਾਰੀਆਂ ਗੋਰੀਆਂ ਸਿਰਫ ਇਹੋ ਜਿਹੀਆਂ ਹੁੰਦੀਆਂ ਜਿਵੇਂ ਕਿ ਕਰਮ ਸਿੰਘ ਸੋਚਦਾ ਸੀਗਾ। ਤਾਂ ਕਰਕੇ ਬਾਈ ਵੀਡੀਓ ਬਹੁਤ ਲੰਬੀ ਬਣ ਗਈ, ਮੈਂ ਤੁਹਾਨੂੰ ਪੂਰੀ ਕਹਾਣੀ ਸਮਝਾਤੀ ਹੈ ਅਤੇ ਉਮੀਦ ਹੈ ਤੁਹਾਨੂੰ ਮਜ਼ਾ ਵੀ ਆਇਆ ਹੋਊਗਾ, ਕਿਉਂਕਿ ਕਹਾਣੀ ਬੜੀ ਹਾਸੇ ਮਖੌਲ ਵਾਲੀ ਵੀ ਹੈ, ਨਾਲੇ ਬਾਈ ਸਮਝ ਵੀ ਆਉਣੀ ਚਾਹੀਦੀ ਹੈ, ਪੇਪਰਾਂ 'ਚ ਆਉਂਦੇ ਹੀ ਆਉਂਦੇ ਇਹਦੇ ਬਾਰੇ ਕੁਐਸਚਨ। ਅਤੇ ਬਾਈ ਜੇ ਚੰਗੀ ਲੱਗੀ ਹੈ ਸਬਸਕ੍ਰਾਈਬ ਕਰ ਲਿਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਧੰਨਵਾਦ।